वाहिगुरु जी का खालसा वाहिगुरु जी की फतेह। गुरु प्यारी साध संगत जी, महान सूफी संत साईं ਮੀਆਂ ਮੀਰ ਜੀ ਦੇ 85 ਸਾਲ ਦੇ ਲੰਬੇ ਜੀਵਨ ਵਿੱਚੋਂ ਸਾਨੂੰ ਇੰਨਾ ਹੀ ਪਤਾ ਹੈ ਕਿ ਉਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਦਾ ਪੱਥਰ ਰੱਖਿਆ ਸੀ। ਬਾਕੀ ਦੇ ਜੀਵਨ ਇਤਿਹਾਸ ਦੇ ਬਾਰੇ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ। ਆਪ ਸਭ ਸੰਗਤ ਜੀ ਦੇ ਵਾਸਤੇ ਮੈਂ ਇਸ ਵੀਡੀਓ ਰਾਹੀਂ ਸਾਈਂ ਮੀਆਂ ਮੀਰ ਜੀ ਦੇ ਪੂਰੇ ਜੀਵਨ ਬਾਰੇ ਕੁਝ ਦੱਸਣਾ ਚਾਹੁੰਦਾ ਹਾਂ ਅਤੇ ਬੇਨਤੀ ਹੈ ਕਿ ਵੀਡੀਓ ਨੂੰ ਬੜੇ ਹੀ ਪ੍ਰੇਮ ਤੇ ਪਿਆਰ ਨਾਲ ਸਰਵਣ ਕਰਨਾ। ਗੁਰੂ ਪਿਆਰਿਓ, ਸਾਈਂ ਮੀਆਂ ਮੀਰ ਜੀ ਦਾ ਜਨਮ ਕਾਜੀ ਸਾਈਂ ਦਿੱਤਾ ਜੀ ਦੇ ਘਰ 1550 ਈਸਵੀ ਨੂੰ ਸਿਸਤਾਨ ਸ਼ਹਿਰ ਵਿੱਚ ਹੋਇਆ। ਕੁਝ ਇਤਿਹਾਸਕਾਰਾਂ ਨੇ ਸਾਈਂ ਜੀ ਦਾ ਜਨਮ 1535 ਵਿੱਚ ਵੀ ਮੰਨਿਆ ਹੈ, ਪਰ ਜ਼ਿਆਦਾਤਰ ਨੇ 1550 ਈਸਵੀ ਨੂੰ ਹੀ ਸਹੀ ਮੰਨਿਆ ਹੈ। ਸਾਈਂ ਜੀ ਦਾ ਅਸਲੀ ਨਾਮ ਸ਼ੇਖ ਮੁਹੰਮਦ ਸੀ। ਆਮ ਕਰਕੇ ਲੋਕ ਸਾਈਂ ਜੀ ਨੂੰ ਹਜ਼ਰਤ ਮੀਆਂ ਮੀਰ, ਸਾਈਂ ਮੀਆਂ ਮੀਰ ਜਾਂ ਸਾਹਾ ਮੀਰ ਕਹਿ ਕੇ ਵੀ ਜਾਣਦੇ ਸੀ। ਹਜ਼ਰਤ ਤੇ ਸ਼ੇਖ ਇਸਲਾਮ ਵਿੱਚ ਬੜੇ ਸਤਿਕਾਰਯੋਗ ਹਨ ਤੇ ਇਹਨਾਂ ਦੇ ਵਾਂਗ ਹੀ ਮੀਰ ਸ਼ਬਦ ਵੀ ਸਤਿਕਾਰਯੋਗ ਹੈ। ਇਹ ਕੁਝ ਖਾਸ ਗਿਣੀਆਂ ਚੁਣੀਆਂ ਸ਼ਖਸੀਅਤਾਂ ਲਈ ਹੀ ਵਰਤਿਆ ਜਾਂਦਾ ਹੈ। ਗੁਰੂ ਪਿਆਰਿਓ, ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਸਾਈਂ ਜੀ ਇੱਕ ਬੜੀ ਮਹਾਨ ਹਸਤੀ ਸੀ। ਸਾਈਂ ਜੀ ਦਾ ਪਿਛੋਕੜ ਹਜ਼ਰਤ ਉਮਰ ਦੇ ਨਾਲ ਜੁੜਦਾ ਹੈ। ਸਾਈਂ ਜੀ ਦੇ ਦਾਦਾ ਜੀ ਦਾ ਨਾਂ ਕਾਜੀ ਕਲੰਦਰ ਫਾਰੂਕੀ ਸੀ। ਸਾਈਂ ਜੀ 6 ਭੈਣ ਭਰਾ ਸੀ, 2 ਭੈਣਾਂ ਜਮਾਲ ਅਤੇ ਜਲਾਲ ਤੇ ਸਾਈਂ ਜੀ ਦੇ ਭਰਾ ਸੀ ਕਾਜੀ ਭੋਲਣ, ਕਾਜੀ ਉਸਮਾਨ ਅਤੇ ਕਾਜੀ ਤਾਹਰ। ਸਾਈਂ ਜੀ ਸਾਰੇ ਭੈਣ ਭਰਾਵਾਂ ਤੋਂ ਸਭ ਤੋਂ ਛੋਟੇ ਸੀ। ਸਾਈਂ ਮੀਆਂ ਮੀਰ ਦੀ ਉਮਰ 7 ਸਾਲ ਦੀ ਹੋਈ ਜਦੋਂ ਉਹਨਾਂ ਦੇ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਸਾਰੀ ਪਰਵਰਿਸ਼ ਮਾਤਾ ਜੀ ਨੇ ਕੀਤੀ, ਜੋ ਖੁਦ ਬੜੀ ਹੀ ਲਾਇਕ, ਰੂਹਾਨੀ ਤੇ ਪੜ੍ਹੀ ਲਿਖੀ ਸਿਆਣੀ ਔਰਤ ਸੀ। ਸਾਈਂ ਜੀ ਨੇ ਮੁੱਢਲੀ ਵਿਦਿਆ ਆਪਣੀ ਮਾਤਾ ਜੀ ਤੋਂ ਹੀ ਪ੍ਰਾਪਤ ਕੀਤੀ ਤੇ ਬਾਬਾ ਫਰੀਦ ਜੀ ਦੇ ਵਾਂਗ ਬੰਦਗੀ ਦੀ ਰਾਹ ਤੇ ਵੀ ਮਾਂ ਨੇ ਹੀ ਤੋਰਿਆ ਸੀ। ਮਾਂ ਤੋਂ ਬਾਅਦ ਪੜ੍ਹਾਈ ਤੇ ਰੂਹਾਨੀ ਤਰੱਕੀ ਦੇ ਲਈ ਸਾਈਂ ਜੀ ਨੇ ਖਵਾਜਾ ਖਿਜਰ ਦਾ ਦਰ ਜਾ ਮੱਲਿਆ। ਖਵਾਜਾ ਜੀ ਬੜੇ ਕਾਮਲ ਮੁਰਸ ਸੀ। ਉਹਨਾਂ ਦੀ ਸੋਹਬਤ ਵਿੱਚ ਰਹਿੰਦਿਆਂ ਸਾਈਂ ਜੀ ਸੱਚਮੁੱਚ ਸਾਈਂ ਜੀ ਬਣ ਗਏ। ਫਿਰ ਮੁਰਸ਼ਦ ਦੇ ਹੁਕਮ ਦੇ ਨਾਲ ਹੀ ਮੌਲਾਨਾ ਸੈਯਦ ਤੇ ਮੌਲਾਨਾ ਨਿਆਮਤ ਅੱਲਾਹ ਦੇ ਕੋਲ ਲਾਹੌਰ ਆ ਗਏ। ਇੱਥੇ ਹੀ ਸਾਈਂ ਜੀ ਨੇ ਆਪਣੀ ਜ਼ਿੰਦਗੀ ਦਾ ਬਹੁਤ ਸਮਾਂ ਗੁਜ਼ਾਰਿਆ। ਮਾਂ ਦੀ ਅਸੀਸ ਦੇ ਨਾਲ ਬੰਦਗੀ ਦਾ ਸ਼ੌਕ ਬਚਪਨ ਤੋਂ ਹੀ ਪੈ ਗਿਆ ਸੀ, ਸੋ ਪੜ੍ਹਾਈ ਦੇ ਦਿਨਾਂ ਵਿੱਚ ਵੀ ਪੜ੍ਹਨ ਤੋਂ ਬਾਅਦ ਅਕਸਰ ਕਿਸੇ ਬਾਗ ਜਾਂ ਜੰਗਲ ਦੇ ਵੱਲ ਇਕਾਂਤ ਵਿੱਚ ਚਲੇ ਜਾਂਦੇ ਤੇ ਮਾਲਿਕ ਦੀ ਯਾਦ ਵਿੱਚ ਜੁੜ ਜਾਣਾ ਉਹਨਾਂ ਦੇ ਸੁਭਾਅ ਵਿੱਚ ਪੈ ਗਿਆ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਮਰਦਾਸ ਜੀ ਨੇ ਭਗਤ ਦਾ ਇੱਕ ਇਹ ਵੀ ਲੱਛਣ ਦੱਸਿਆ ਹੈ ਕਿ ਭਗਤ ਖਾਣ ਪੀਣ ਤੇ ਬੋਲਣ ਦੇ ਵੱਲ ਬੜਾ ਸੰਕੋਚ ਰੱਖਦਾ ਹੈ। ਇਹ ਰੱਬੀ ਗੁਣ ਸਾਈਂ ਜੀ ਦੇ ਵਿੱਚ ਕੁਦਰਤੀ ਤੌਰ ਤੇ ਸ਼ੁਰੂ ਤੋਂ ਹੀ ਸੀ। ਪਹਿਲੇ ਦਿਨ ਤੋਂ ਹੀ ਸਾਈਂ ਜੀ ਬੜੇ ਸੰਜਮੀ ਸੁਭਾਅ ਦੇ ਮਾਲਕ ਸਨ। ਖਾਣਾ ਪੀਣਾ ਉਹਨਾਂ ਦਾ ਬੜਾ ਸਾਦਾ ਹੁੰਦਾ ਸੀ। ਉਹ ਵੀ ਬਿਲਕੁਲ ਲੋੜ ਦੇ ਅਨੁਸਾਰ, ਜਿੰਨੇ ਕਿ ਨਾਲ ਸਰੀਰ ਤੁਰਿਆ ਫਿਰੇ। ਖਾਂਦੇ ਵੀ ਸਾਈਂ ਜੀ ਮਿੱਟੀ ਦੇ ਭਾਂਡਿਆਂ ਵਿੱਚ ਸਨ ਤੇ ਲਿਬਾਸ ਵੀ ਉਹਨਾਂ ਦਾ ਬਿਲਕੁਲ ਸਾਦਾ ਜਿਹਾ ਹੁੰਦਾ ਸੀ। ਕੱਪੜੇ ਸਾਈਂ ਜੀ
ਆਪ ਧੋਂਦੇ ਸੀ ਤੇ ਸਫਾਈ ਬਹੁਤ ਪਸੰਦ ਕਰਦੇ ਸੀ। ਕੱਪੜੇ ਭਾਵੇਂ ਬਿਲਕੁਲ ਸਾਦੇ ਪਾਉਂਦੇ ਸੀ, ਪਰ ਮੈਲਾ ਕੱਪੜਾ ਕਦੀ ਨਹੀਂ ਪਾਉਂਦੇ ਸਨ। ਕਦੇ ਵੀ ਕਿਸੇ ਨੇ ਉਹਨਾਂ ਦੇ ਗਲ ਗੰਦਾ ਕੱਪੜਾ ਨਹੀਂ ਸੀ ਵੇਖਿਆ। ਬੜੇ ਬੜੇ ਰਾਜੇ ਮਹਾਰਾਜੇ ਬਾਦਸ਼ਾਹ ਆਪ ਜੀ ਦੀ ਕਦਮ ਬੁਰਸ਼ੀ ਕਰਨ ਲਈ ਆਪਣੀ ਖੁਸ਼ ਨਸੀਬੀ ਸਮਝਦੇ ਸੀ। ਸਾਈਂ ਜੀ ਕਿਸੇ ਤਰ੍ਹਾਂ ਦੀ ਸਾਜ ਸਜਾਵਟ ਨੂੰ ਵੀ ਪਸੰਦ ਨਹੀਂ ਕਰਦੇ ਸੀ। ਉਹਨਾਂ ਦੇ ਨਿੱਜੀ ਕਮਰੇ ਦੇ ਵਿੱਚ ਬੋਰੀਆਂ ਵਿਛਾਈਆਂ ਹੋਈਆਂ ਹੁੰਦੀਆਂ ਸੀ ਤੇ ਆਪਣਾ ਆਸਣ ਵੀ ਉਹ ਜ਼ਮੀਨ ਤੇ ਲਾ ਕੇ ਰੱਖਦੇ ਸੀ। ਭਾਵੇਂ ਕੋਈ ਅਮੀਰ ਗਰੀਬ ਆਵੇ, ਚਾਹੇ ਬਾਦਸ਼ਾਹ ਜਹਾਂਗੀਰ ਆਉਂਦਾ ਸੀ, ਬਾਅਦ ਵਿੱਚ ਬਾਦਸ਼ਾਹ ਸ਼ਾਹਜਹਾਂ ਆਉਂਦਾ ਰਿਹਾ, ਜਾਂ ਬੇਗਮ ਨੂਰ ਜਹਾਂ ਵਰਗੀਆਂ ਆਉਣ, ਕੋਈ ਵੀ ਦੀਦਾਰ ਕਰਨ ਲਈ ਆਵੇ, ਉਹਨਾਂ ਨੂੰ ਇਹਨਾਂ ਵਿਛੀਆਂ ਹੋਈਆਂ ਬੋਰੀਆਂ ਉੱਤੇ ਹੀ ਬੈਠਣਾ ਪੈਂਦਾ ਸੀ। ਕਿਸੇ ਦੇ ਵਾਸਤੇ ਵੀ ਕੋਈ ਖਾਸ ਤਰ੍ਹਾਂ ਦੀ ਵਿਛਾਈ ਨਹੀਂ ਕੀਤੀ ਜਾਂਦੀ ਸੀ। ਸਾਈਂ ਜੀ ਨੇ ਨਿੱਜੀ ਲੋੜਾਂ ਦੇ ਲਈ ਕਦੀ ਵੀ ਕਿਸੇ ਦੇ ਅੱਗੇ ਹੱਥ ਨਹੀਂ ਅੱਡਿਆ, ਕਿਸੇ ਤੋਂ ਕਦੇ ਤੋਹਫਾ ਮੰਗ ਕੇ ਨਹੀਂ ਲਿਆ ਤੇ ਕਿਸੇ ਨੇ ਦਿੱਤਾ ਵੀ ਹੋਵੇ ਉਹਨੂੰ ਮੋੜ ਦਿੰਦੇ ਸੀ। ਗੁਰੂ ਪਿਆਰਿਓ, ਜਹਾਂਗੀਰ ਬਾਦਸ਼ਾਹ ਲਿਖਦਾ ਹੈ ਕਿ ਇੱਕ ਵਾਰ ਮੈਂ ਸਾਈਂ ਜੀ ਨੂੰ ਬੜੇ ਕੀਮਤੀ ਤੋਹਫੇ ਭੇਟ ਕੀਤੇ, ਪਰ ਉਹਨਾਂ ਨੇ ਪਰਵਾਹ ਨਹੀਂ ਕੀਤੀ, ਸਾਰੇ ਵਾਪਸ ਮੋੜ ਦਿੱਤੇ। ਇੱਕ ਵਾਰ ਬੜਾ ਕੀਮਤੀ ਮੁਸੱਲਾ ਜਿਹੜਾ ਨਮਾਜ਼ ਪੜ੍ਹਨ ਲਈ ਵਰਤਿਆ ਜਾਂਦਾ ਹੈ, ਜਹਾਂਗੀਰ ਲਿਖਦਾ ਹੈ ਕਿ ਉਹ ਮੈਂ ਭੇਟ ਕੀਤਾ, ਪਰ ਸਾਈਂ ਜੀ ਨੇ ਉਹ ਵੀ ਮੋੜ ਦਿੱਤਾ। ਬਾਦਸ਼ਾਹ ਸ਼ਾਹਜਹਾਂ ਨੇ ਇੱਕ ਵਾਰ ਖਜੂਰ ਦੀ ਬਣੀ ਬੜੀ ਕੀਮਤੀ ਮਾਲਾ ਭੇਟ ਕੀਤੀ ਤਾਂ ਸਾਈਂ ਜੀ ਨੇ ਆਪਣੇ ਨੇੜੇ ਖੜੇ ਕਿਸੇ ਆਮ ਜਿਹੇ ਬੰਦੇ ਨੂੰ ਫੜਾ ਦਿੱਤੀ। ਇਹ ਵੇਖ ਕੇ ਸ਼ਾਹਜਹਾਂ ਦਾ ਮੂੰਹ ਉਤਰ ਗਿਆ, ਪਰ ਕਹਿ ਕੁਝ ਨਾ ਸਕਿਆ। ਸਾਈਂ ਜੀ ਨੂੰ ਇਕਾਂਤ ਬੜਾ ਪਸੰਦ ਸੀ। ਭੀੜ ਭੜੱਕੇ ਤੋਂ ਜਿੱਥੇ ਤੱਕ ਹੋ ਸਕੇ ਉਹ ਦੂਰੀ ਬਣਾ ਕੇ ਰੱਖਦੇ ਸੀ। ਹਾਂ, ਨਮਾਜ਼ ਸਾਰਿਆਂ ਦੇ ਨਾਲ ਮਿਲ ਕੇ ਪੜ੍ਹਦੇ ਸੀ। ਵੈਸੇ ਅਕਸਰ ਆਪਣੇ ਕਮਰੇ ਦੀ ਕੁੰਡੀ ਲਾ ਕੇ ਅੰਦਰ ਬੈਠ ਕੇ ਖੁਦਾ ਦੀ ਬੰਦਗੀ ਵਿੱਚ ਜੁੜੇ ਰਹਿਣਾ। ਜੇਕਰ ਕਿਸੇ ਨੇ ਆ ਕੇ ਕੁੰਡੀ ਖੜਕਾਉਣੀ ਤੇ ਜ਼ਿਆਦਾ ਖੜਕਾਉਣ ਤੇ ਖੋਲ ਕੇ ਕਹਿਣਾ, ਸਜਣਾ ਤੈਨੂੰ ਵੀ ਕੰਮ ਹੋਊ ਤੇ ਮੈਨੂੰ ਵੀ ਕੰਮ ਹੈ, ਨਾ ਤੈਨੂੰ ਵੇਲ ਹੈ ਤੇ ਨਾ ਮੈਨੂੰ, ਤੁਸੀਂ ਆਪਣਾ ਕੰਮ ਕਰੋ ਤੇ ਮੈਨੂੰ ਆਪਣਾ ਕੰਮ ਕਰਨ ਦਿਓ। ਗੁਰੂ ਪਿਆਰਿਓ, ਇੰਨਾ ਕਹਿ ਕੇ ਸਾਈਂ ਜੀ ਅੰਦਰੋਂ ਫਿਰ ਕੁੰਡੀ ਲਾ ਲੈਂਦੇ ਸੀ ਤੇ ਬੰਦਗੀ ਦੇ ਵਿੱਚ ਜੁੜ ਜਾਣਾ। ਜੇਕਰ ਕਿਸੇ ਨੇ ਜ਼ਿਆਦਾ ਮਿੰਨਤਾਂ ਕਰਨੀਆਂ, ਉਹਦੇ ਵਾਰ-ਵਾਰ ਕਹਿਣ ਤੇ ਇੰਨਾ ਹੀ ਕਹਿਣਾ, ਤੁਸੀਂ ਲੋਕ ਬਿਨਾਂ ਬੀਜ ਬੀਜੇ ਤੋਂ ਫਲ ਤੇ ਫੁੱਲ ਭਾਲਦੇ ਹੋ, ਇਹ ਨਹੀਂ ਹੋ ਸਕਦਾ। ਜੇ ਭਲਾ ਚਾਹੁੰਦੇ ਹੋ ਤਾਂ ਨੇਕ ਕਰਮ ਕਰੋ, ਭੁੱਖੇ ਨੂੰ ਰੋਟੀ ਦਿਓ, ਨੰਗੇ ਨੂੰ ਕੱਪੜਾ ਦਿਓ, ਲੋੜਵੰਦ ਦੀ ਮਦਦ ਕਰੋ। ਤੁਸੀਂ ਦੂਜਿਆਂ ਦਾ ਭਲਾ ਕਰੋਗੇ, ਖੁਦਾ ਤੁਹਾਡਾ ਭਲਾ ਕਰੇਗਾ। ਜੇ ਕਿਸੇ ਨੂੰ ਕੁਝ ਦਿਓਗੇ ਤਾਂ ਹੀ ਕੁਝ ਮਿਲੇਗਾ। ਤੇ ਇਹ ਵੀ ਧਿਆਨ ਰੱਖੋ, ਜੋ ਦਿਓਗੇ ਉਹ ਹੀ ਮਿਲੇਗਾ, ਚਾਹੇ ਚੰਗਾ ਜਾਂ ਮਾੜਾ। ਸਾਈਂ ਜੀ ਦੇ ਇਹ ਬੋਲ ਅਸਲ ਦੇ ਵਿੱਚ ਵੇਖਿਆ ਜਾਵੇ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਿੱਖਿਆ ਹੀ ਹੈ, ਜਿਸ ਦਾ ਜ਼ਿਕਰ ਧੰਨ ਗੁਰੂ ਨਾਨਕ ਜੀ ਨੇ ਆਪਣੀ ਬਾਣੀ ਵਿੱਚ ਵਾਰ-ਵਾਰ ਕੀਤਾ ਅਤੇ ਜਨਮ ਸਾਖੀ ਵਿੱਚ ਵੀ ਇਸ ਦਾ ਵਾਰ-ਵਾਰ ਜ਼ਿਕਰ ਮਿਲਦਾ ਹੈ। ਸਿੱਧਾਂ ਨੂੰ ਵੀ ਗੁਰੂ ਜੀ ਨੇ ਇਹ ਹੀ ਕਿਹਾ ਸੀ ਕਿ ਬਿਨਾਂ ਦਿੱਤਿਆਂ ਕੁਝ ਹੱਥ ਨਹੀਂ ਆਉਂਦਾ। ਸਾਈਂ ਜੀ ਦਾ ਇੱਕ ਵੱਡਾ ਖਾਸ ਮੁਰੀਦ ਹੋਇਆ ਸ਼ੇਖ ਅਬਦੁਲ ਵਾਹਿਦ। ਉਹ ਆਪਣੀ ਇੱਕ ਕਿਤਾਬ ਵਿੱਚ ਲਿਖਦਾ ਹੈ ਕਿ ਇੱਕ ਦਿਨ ਲਾਹੌਰ ਦੇ ਇੱਕ ਬਾਗ ਵਿੱਚ ਸਾਈਂ ਮੀਆਂ ਮੀਰ ਜੀ ਬੰਦਗੀ ਵਿੱਚ ਬੈਠੇ ਸੀ ਤੇ ਮੈਂ ਵੀ ਉਹਨਾਂ ਦੇ ਕੋਲ ਹੀ ਬੈਠਾ ਸੀ। ਰੁੱਖ ਦੇ ਉੱਪਰ
ਇੱਕ ਗੁੱਗੀ ਆ ਕੇ ਬੈਠੀ ਤੇ ਉਹਨੇ ਬੋਲਣਾ ਸ਼ੁਰੂ ਕਰ ਦਿੱਤਾ। ਗੁੱਗੀ ਦੀ ਆਵਾਜ਼ ਸੁਣ ਕੇ ਸਾਈਂ ਜੀ ਨੇ ਮੈਨੂੰ ਕਿਹਾ, ਅਬਦੁੱਲਾ ਵੇਖੋ ਗੁੱਗੀ ਕਿੰਨੇ ਪਿਆਰ ਦੇ ਨਾਲ ਭਿੱਜੀ ਹੋਈ ਮਾਲਕ ਨੂੰ ਪੁਕਾਰ ਰਹੀ ਹੈ। ਧਿਆਨ ਦੇ ਨਾਲ ਸੁਣੋ। ਸਾਈਂ ਜੀ ਗੁੱਗੀ ਦੀ ਆਵਾਜ਼ ਸੁਣ ਕੇ ਮਸਤ ਹੋ ਰਹੇ ਸੀ। ਉਹਨਾਂ ਨੂੰ ਗੁੱਗੀ ਦੀ ਆਵਾਜ਼ ਵਿੱਚੋਂ ਕੋਈ ਰੱਬੀ ਰਸ ਮਿਲਦਾ ਸੀ। ਇੰਨੇ ਨੇ ਦੂਰੋਂ ਇੱਕ ਕਮਬਖਤ ਨੇ ਗੁਲੇਲ ਦੇ ਨਾਲ ਨਿਸ਼ਾਨਾ ਲਾਇਆ। ਨਿਸ਼ਾਨਾ ਇੰਨੇ ਜ਼ੋਰ ਦੇ ਨਾਲ ਲੱਗਾ ਕਿ ਗੁੱਗੀ ਦੀ ਮੌਤ ਹੋ ਗਈ ਤੇ ਉਹ ਥੱਲੇ ਜ਼ਮੀਨ ਤੇ ਆ ਡਿੱਗੀ। ਜਦੋਂ ਸ਼ਿਕਾਰੀ ਚਲਾ ਗਿਆ ਤੇ ਸਾਈਂ ਜੀ ਨੇ ਮੈਨੂੰ ਕਿਹਾ, ਅਬਦੁੱਲਾ ਇਸ ਗੁੱਗੀ ਨੂੰ ਚੁੱਕ ਕੇ ਸਾਡੇ ਕੋਲ ਲੈ ਕੇ ਆਓ। ਸਾਈਂ ਜੀ ਦਾ ਮਨ ਬੜਾ ਭਰਿਆ ਹੋਇਆ ਸੀ। ਅਬਦੁੱਲਾ ਲਿਖਦਾ ਹੈ ਕਿ ਮੈਂ ਗੁੱਗੀ ਨੂੰ ਹੱਥਾਂ ਤੇ ਚੁੱਕਿਆ ਤੇ ਸਾਈਂ ਜੀ ਦੇ ਕੋਲ ਲੈ ਕੇ ਆਇਆ। ਜਦੋਂ ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਲੈ ਕੇ ਅੱਖਾਂ ਬੰਦ ਕਰਕੇ ਖੁਦਾ ਨੂੰ ਯਾਦ ਕੀਤਾ ਤੇ ਗੁੱਗੀ ਹਰਕਤ ਦੇ ਵਿੱਚ ਆ ਗਈ ਤੇ ਉਹਨੂੰ ਸਾਈਂ ਜੀ ਨੇ ਛੱਡ ਦਿੱਤਾ। ਗੁੱਗੀ ਫਿਰ ਉੱਡ ਕੇ ਰੁੱਖ ਤੇ ਜਾ ਬੈਠੀ ਤੇ ਪਹਿਲਾਂ ਦੀ ਤਰ੍ਹਾਂ ਹੀ ਬੋਲਣ ਲੱਗ ਪਈ। ਇਹ ਵੇਖ ਕੇ ਸਾਈਂ ਜੀ ਬੜੇ ਖੁਸ਼ ਹੋਏ। ਮਹਾਨ ਕੋਸ਼ ਨੇ ਵੀ ਸਾਈਂ ਜੀ ਨੂੰ ਕਰਨੀ ਵਾਲਾ ਫਕੀਰ ਲਿਖਿਆ ਹੈ। ਗੁਰੂ ਪਿਆਰਿਓ, ਸਾਈਂ ਜੀ ਕੁਝ ਸਮਾਂ ਸਰਹੰਦ ਵੀ ਆ ਕੇ ਰਹੇ, ਪਰ ਇੱਥੋਂ ਦੇ ਤੰਗ ਦਿਲ ਲੋਕਾਂ ਦੇ ਵਿੱਚ ਉਹਨਾਂ ਦਾ ਦਮ ਘੁੱਟਦਾ ਸੀ। ਇਸ ਕਰਕੇ ਛੇਤੀ ਹੀ ਉਹ ਲਾਹੌਰ ਵਾਪਸ ਮੁੜ ਗਏ ਤੇ ਖਾਨ ਮੁਹੱਲੇ ਦੇ ਵਿੱਚ ਆਪਣਾ ਟਿਕਾਣਾ ਬਣਾ ਲਿਆ ਤੇ ਤਕਰੀਬਨ ਅਖੀਰ ਤੱਕ ਇੱਥੇ ਹੀ ਰਹੇ। ਲਾਹੌਰ ਵਿੱਚ ਰਹਿੰਦੇ ਹੋਇਆਂ ਪੰਜਵੇਂ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸਾਈਂ ਜੀ ਦੇ ਨਾਲ ਮੇਲ ਹੋਇਆ। ਜਦੋਂ ਬਾਬਾ ਸੰਤਾਲੀ ਮੱਲ ਦੇ ਪੁੱਤਰ ਦਾ ਵਿਆਹ ਸੀ ਤਾਂ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਵੱਡੇ ਦੋਹਾਂ ਪੁੱਤਰਾਂ ਬਾਬਾ ਪ੍ਰਿਥੀ ਚੰਦ ਅਤੇ ਬਾਬਾ ਮਹਾਦੇਵ ਦੇ ਮਨਾ ਕਰਨ ਤੇ ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਲਾਹੌਰ ਭੇਜਿਆ ਤੇ ਨਾਲ ਇਹ ਵੀ ਕਿਹਾ, ਜਦੋਂ ਤੱਕ ਅਸੀਂ ਬੁਲਾਈਏ ਨਾ ਤੁਸੀਂ ਵਾਪਸ ਨਹੀਂ ਆਉਣਾ। ਜਿਸ ਕਰਕੇ ਪੰਜਵੇਂ ਪਾਤਸ਼ਾਹ ਨੂੰ ਲੰਬਾ ਸਮਾਂ ਲਾਹੌਰ ਦੇ ਵਿੱਚ ਹੀ ਰਹਿਣਾ ਪਿਆ। ਇੱਥੇ ਰਹਿੰਦੇ ਹੁੰਦਿਆਂ ਹੀ ਸਾਈਂ ਜੀ ਦੇ ਨਾਲ ਪੰਜਵੇਂ ਪਾਤਸ਼ਾਹ ਦੀ ਮੁਲਾਕਾਤ ਹੋਈ। ਫਿਰ ਕਈ ਵਾਰ ਆਪਸ ਦੇ ਵਿੱਚ ਦਰਸ਼ਨ ਹੁੰਦੇ ਰਹੇ ਅਤੇ ਵਚਨ ਵਿਲਾਸ ਹੁੰਦੇ ਰਹੇ। ਗੁਰੂ ਘਰ ਦੀ ਮਹਿਮਾ ਤਾਂ ਸਾਈਂ ਜੀ ਨੇ ਪਹਿਲਾਂ ਵੀ ਕਈ ਵਾਰ ਸੁਣੀ ਸੀ, ਪਰ ਹੁਣ ਸਭ ਕੁਝ ਅੱਖਾਂ ਦੇ ਸਾਹਮਣੇ ਵੇਖ ਕੇ ਬੜੇ ਖੁਸ਼ ਹੋਏ। ਇਸ ਵੇਲੇ ਪੰਜਵੇਂ ਪਾਤਸ਼ਾਹ ਗੁਰਤਾ ਗੱਦੀ ਤੇ ਵਿਰਾਜਮਾਨ ਨਹੀਂ ਹੋਏ ਸੀ ਤੇ ਗੁਰਤਾ ਗੱਦੀ ਚੌਥੇ ਪਾਤਸ਼ਾਹ ਕੋਲ ਸੀ। ਪਰ ਜਦੋਂ ਪੰਜਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਮਿਲੀ ਤਾਂ ਵੀ ਇਹ ਪਿਆਰ ਵੱਧਦਾ ਹੀ ਗਿਆ। ਗੁਰੂ ਪਿਆਰਿਓ, ਸਾਈਂ ਜੀ ਮੁਸਲਮਾਨ ਸੀ ਪਰ ਗੁਰਬਾਣੀ ਅਤੇ ਕੀਰਤਨ ਦੇ ਬੜੇ ਸ਼ੌਕੀਨ ਸੀ। ਕਈ ਘੰਟੇ ਲਗਾਤਾਰ ਗੁਰਬਾਣੀ ਦਾ ਕੀਰਤਨ ਸੁਣਦੇ ਰਹਿੰਦੇ ਸੀ। ਗੁਰੂ ਘਰ ਦੇ ਨਾਲ ਬੜੀ ਸ਼ਰਧਾ ਸੀ ਸਾਈਂ ਜੀ ਦੀ। ਇਹ ਗੱਲ ਆਮ ਤੌਰ ਤੇ ਪ੍ਰਸਿੱਧ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਸਾਈਂ ਮੀਆਂ ਮੀਰ ਜੀ ਨੇ ਰੱਖਿਆ ਸੀ 1588 ਨੂੰ, ਜਦੋਂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੰਮ੍ਰਿਤ ਸਰੋਵਰ ਦੇ ਵਿਚਕਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਬਣਾਉਣਾ ਦਾ ਫੈਸਲਾ ਕੀਤਾ ਤਾਂ ਸਾਈਂ ਜੀ ਨੂੰ ਉਚੇਚੇ ਤੌਰ ਤੇ ਲਾਹੌਰ ਤੋਂ ਸੁਨੇਹਾ ਭੇਜ ਕੇ ਬੁਲਵਾਇਆ ਗਿਆ ਅਤੇ ਬੜੇ ਸਤਿਕਾਰ ਨਾਲ ਸਾਈਂ ਜੀ ਨੂੰ ਲਿਆਂਦਾ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ ਤੇ ਸਾਈਂ ਮੀਆਂ ਮੀਰ ਜੀ ਨੇ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹੁਕਮ ਦੇ ਨਾਲ ਨੀਂਹ ਪੱਥਰ ਰੱਖਿਆ, ਇੱਟ ਰੱਖੀ। ਇੱਕ ਉਰਦੂ ਦਾ ਸ਼ਾਇਰ ਲਿਖਦਾ ਹੈ, हर मंदिर की बुनियाद की ईंट दे रही है गवाही
कि कभी अहले महजाब में दोस्ती मुस्कुराती थी। हाँ, ਇਹ ਵੀ ਗੱਲ ਸੱਚ ਹੈ ਕਿ ਇਸ ਦੇ ਨਾਲ ਕਈ ਇਤਿਹਾਸਕਾਰ ਸਹਿਮਤ ਨਹੀਂ। ਉਹ ਲਿਖਦੇ ਹਨ ਕਿ ਪੰਜਵੇਂ ਪਾਤਸ਼ਾਹ ਨੇ ਸਾਈਂ ਮੀਆਂ ਮੀਰ ਜੀ ਕੋਲੋਂ ਨਹੀਂ ਪੱਥਰ ਨਹੀਂ ਰਖਵਾਇਆ, ਬਲਕਿ ਉਹਨਾਂ ਨੇ ਖੁਦ ਦਰਬਾਰ ਸਾਹਿਬ ਜੀ ਦੀ ਨਹੀਂ ਰੱਖੀ। ਖੈਰ, ਇਹ ਗੱਲ ਵੱਖਰੀ ਹੈ। ਸਾਈਂ ਜੀ ਦਾ ਗੁਰਬਾਣੀ ਦੇ ਨਾਲ ਇੰਨਾ ਪਿਆਰ ਸੀ ਕਿ ਬਹੁਤ ਸਾਰੇ ਗੁਰਬਾਣੀ ਦੇ ਸ਼ਬਦ ਉਹਨਾਂ ਨੂੰ ਜ਼ੁਬਾਨੀ ਯਾਦ ਸੀ। ਇੱਥੋਂ ਤੱਕ ਸਾਰਾ ਸੁਖਮਣੀ ਸਾਹਿਬ ਜ਼ੁਬਾਨੀ ਯਾਦ ਸੀ। ਸੁਖਮਣੀ ਸਾਹਿਬ ਜੀ ਦੇ ਤੇ ਸਾਈਂ ਜੀ ਪੂਰੇ ਆਸ਼ਰਿਤ ਸੀ। ਉਹ ਹਰ ਰੋਜ਼ ਨੇਮ ਦੇ ਨਾਲ ਸੁਖਮਣੀ ਸਾਹਿਬ ਜੀ ਦਾ ਪਾਠ ਕਰਦੇ ਸੀ। ਬਾਦਸ਼ਾਹ ਅਕਬਰ ਤੋਂ ਬਾਅਦ ਜਹਾਂਗੀਰ ਹਿੰਦ ਦਾ ਬਾਦਸ਼ਾਹ ਬਣਿਆ। ਇਹ ਬੜਾ ਤੰਗ ਦਿਲ ਤੇ ਜ਼ਾਲਮ ਸੁਭਾਅ ਦਾ ਬੰਦਾ ਸੀ। ਇਹਨੇ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ। ਜਦੋਂ ਸਾਈਂ ਜੀ ਨੂੰ ਪਤਾ ਲੱਗਾ ਕਿ ਜਹਾਂਗੀਰ ਦੇ ਹੁਕਮ ਦੇ ਨਾਲ ਪੰਜਵੇਂ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਚੰਦੂ ਦੀ ਹਵੇਲੀ ਵਿੱਚ ਵੱਖ-ਵੱਖ ਤਰ੍ਹਾਂ ਦੇ ਤਸੀਹੇ ਦਿੱਤੇ ਜਾ ਰਹੇ ਹਨ ਤਾਂ ਸੁਣ ਕੇ ਸਾਈਂ ਜੀ ਵਿਆਕੁਲ ਹੋ ਗਏ ਅਤੇ ਉਸੇ ਵੇਲੇ ਸਾਰਾ ਕੰਮ ਕਾਜ ਛੱਡ ਕੇ ਚੰਦੂ ਦੀ ਹਵੇਲੀ ਵਿੱਚ ਪਹੁੰਚੇ। ਜਾਂਦਿਆਂ ਨੇ ਪਾਪੀਆਂ ਨੂੰ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾਇਆ ਹੋਇਆ ਸੀ ਤੇ ਸਿਰ ਤੇ ਗਰਮ ਰੇਤਾ ਪਾ ਰਹੇ ਸੀ। ਇਹੋ ਜਿਹੇ ਤਸੀਹੇ ਕਸ਼ਟ ਨੂੰ ਝੱਲਦਿਆਂ ਵੇਖ ਸਾਈਂ ਜੀ ਦੀ ਡਾਹ ਨਿਕਲ ਗਈ। ਮਹਾਨ ਵਿਦਵਾਨ ਪ੍ਰਿੰਸੀਪਲ ਗੰਗਾ ਸਿੰਘ ਜੀ ਲਿਖਦੇ ਹਨ, ਉਸ ਵੇਲੇ ਸਾਈਂ ਜੀ ਨੇ ਵੇਖਿਆ ਚਾਰੋਂ ਤਰਫੋਂ ਅੱਗ ਵਰਸੇ, ਸੇਖ ਸੀ ਤਨ ਸਾੜਦਾ, ਛਾਲੇ ਹੀ ਛਾਲੇ ਹੋ ਗਿਆ ਜੋ ਸਾਹਸੀ ਸੱਚੀ ਸਰਕਾਰ ਦਾ। ਸਾਈਂ ਮੀਆਂ ਮੀਰ ਡਿੱਠਾ ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋ ਪਿਆ ਤੇ ਚੀਕ ਤਾਂ ਹੀ ਮਾਰਦਾ। ਤੇ ਫਿਰ ਜਦੋਂ ਵਿਆਕੁਲ ਹੋਏ ਨੂੰ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ, ਸਾਈਂ ਜੀ ਵਿਆਕੁਲ ਨਾ ਹੋ, ਤੁਸੀਂ ਤਾਂ ਅੰਦਰ ਦੀ ਅੱਖ ਰੱਖਦੇ ਹੋ, ਤੁਹਾਡੇ ਕੋਲ ਤਾਂ ਅੰਦਰ ਦੀਆਂ ਅੱਖਾਂ ਨੇ। ਸਾਡੇ ਸਰੀਰ ਨੂੰ ਨਾ ਵੇਖੋ, ਸਾਡੇ ਹਿਰਦੇ ਨੂੰ ਵੇਖੋ। ਉਹ ਇਸ ਵੇਲੇ ਤੱਤੀ ਤਵੀ ਤੇ ਬੈਠਾ ਸਿਰ ਵਿੱਚ ਗਰਮ ਰੇਤਾ ਪਵਾ ਕੇ ਵੀ ਕਿੰਨਾ ਸ਼ਾਂਤ ਹੈ। ਇਹ ਵਾਹਿਗੁਰੂ ਦੇ ਨਾਮ ਦੀ ਮਿਹਰ ਹੈ। ਇਹ ਗੁਰੂ ਨਾਨਕ ਦੇਵ ਜੀ ਦੀ ਬਰਕਤ ਹੈ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਮਹਾਰਾਜ ਜੀ ਨੇ वचन किया, मियाँ छोड़ो प्रीति चाम से, क्या हुआ तन जल रहा, हम शांत हैं हरि नाम से। तद साईं जी ने कहा, सच्चे पातशाह तुसी सब कुछ करन कारण समर्थ हो, फिर भी इन्ना कष्ट क्यों? तुसी मैनू हुक्म करो महाराज, मैं दिल्ली ते लाहौर दी इट ते इट खड़का दियाँ, ਇਹਨਾਂ ਪਾਪੀਆਂ ਨੂੰ ਇਹਨਾਂ ਦੇ ਕੀਤੇ ਦੀ ਸਜ਼ਾ ਦਿਆਂ। ਪਰ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ, ਨਹੀਂ ਸਾਈਂ ਜੀ, ਇਹ ਸਭ ਕੁਝ ਉਹ ਸੱਚੇ ਮਾਲਕ ਵਾਹਿਗੁਰੂ ਜੀ ਦੇ ਬਾਣੇ ਵਿੱਚ ਹੋ ਰਿਹਾ ਹੈ ਤੇ ਉਸ ਦਾ ਕੀਤਾ ਸਾਨੂੰ ਮਿੱਠਾ ਲੱਗਦਾ ਹੈ। ਗੁਰੂ ਮਹਾਰਾਜ ਜੀ ਦੇ ਵਚਨ ਨੇ ਤੇਰਾ ਕੀਆ ਮਿੱਠਾ ਲਾਗੇ। ਇਸ ਵਾਰਤਾ ਦੇ ਬਾਰੇ ਬੜਾ ਕੁਝ ਇਤਿਹਾਸਕਾਰਾਂ ਨੇ ਲਿਖਿਆ ਹੈ। ਆਖਿਰ ਸਾਈਂ ਜੀ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਜੀ ਨੂੰ ਨਮਸਕਾਰ ਕਰਕੇ ਚੰਦੂ ਦੀ ਹਵੇਲੀ ਵਿੱਚੋਂ ਵਾਪਸ ਆ ਗਏ। ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਸਾਈਂ ਜੀ ਬੜੇ ਉਦਾਸ ਹੋ ਗਏ। ਫਿਰ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਨਾਲ ਵੀ ਸਾਈਂ ਜੀ ਦਾ ਬੜਾ ਵੱਡਾ ਪਿਆਰ ਰਿਹਾ ਹੈ। ਲਿਖਿਆ ਮਿਲਦਾ ਹੈ ਕਿ ਇੱਕ ਵਾਰ ਮੀਰੀ ਪੀਰੀ ਦੇ ਮਾਲਕ ਲਾਹੌਰ ਆਏ, ਸਾਈਂ ਜੀ ਨੂੰ ਮਿਲੇ। ਜਦ ਆਪ ਜੀ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਆਏ ਹਨ ਤਾਂ ਸਾਈਂ ਜੀ ਭੱਜ ਕੇ ਅੱਗੇ ਹੋ ਗਏ। ਪਾਤਸ਼ਾਹ ਅਜੇ ਘੋੜੇ ਤੋਂ ਉਤਰਨ ਹੀ ਲੱਗੇ ਸੀ। ਸਾਈਂ ਜੀ ਨੇ ਅੱਗੇ ਹੋ ਕੇ ਆਪਣੇ ਹੱਥ ਥੱਲੇ ਕਰਕੇ ਕਿਹਾ, ਮਹਾਰਾਜ ਇੱਥੇ ਚਰਨ ਰੱਖੋ ਤੇ ਫਿਰ ਉਤਰੋ। ਪਾਤਸ਼ਾਹ ਜੀ ਨੇ ਬੜਾ ਰੋਕਿਆ ਕਿ
ਇੱਥੇ ਨਹੀਂ ਤੁਸੀਂ ਵੱਡੇ ਹੋ, ਪਰ ਸਾਈਂ ਜੀ ਦਾ ਪਿਆਰ ਤੇ ਨਿਮਰਤਾ ਵੇਖ ਕੇ ਸੱਚੇ ਪਾਤਸ਼ਾਹ ਜੀ ਨੇ ਇੱਦਾਂ ਹੀ ਕੀਤਾ। ਅੰਮ੍ਰਿਤਸਰ ਸਾਹਿਬ ਜੀ ਦੇ 5 ਸਰੋਵਰਾਂ ਵਿੱਚੋਂ ਇੱਕ ਸਰੋਵਰ ਹੈ ਕੌਲਸਰ, ਜੋ ਬਾਬਾ ਅਟਲ ਰਾਏ ਜੀ ਦੇ ਸਥਾਨ ਤੇ ਹੈ। ਗੁਰੂ ਪਿਆਰਿਓ, ਇਹ ਸਰੋਵਰ ਮਾਤਾ ਕੌਲਾਂ ਜੀ ਦੇ ਨਾਮ ਤੇ ਉਸਾਰਿਆ ਗਿਆ ਹੈ। ਮਾਤਾ ਕੌਲਾਂ ਜੀ ਲਾਹੌਰ ਦੇ ਰਹਿਣ ਵਾਲੇ ਸਨ ਤੇ ਸਾਈਂ ਜੀ ਨੇ ਹੀ ਮਾਤਾ ਕੌਲਾਂ ਜੀ ਨੂੰ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਸ਼ਰਨ ਵਿੱਚ ਸ੍ਰੀ ਅੰਮ੍ਰਿਤਸਰ ਭੇਜਿਆ ਸੀ, ਕਿਉਂਕਿ ਮਾਤਾ ਕੌਲਾਂ ਜੀ ਦਾ ਪਿਤਾ ਬੜੀ ਨਫ਼ਰਤ ਦੇ ਨਾਲ ਭਰਿਆ ਹੋਇਆ ਸੀ। ਜਦੋਂ ਉਸ ਨੂੰ ਪਤਾ ਲੱਗਿਆ ਕਿ ਮੇਰੀ ਧੀ ਕੌਲਾਂ ਗੁਰੂ ਘਰ ਦੀ ਸ਼ਰਧਾਲੂ ਹੈ ਤੇ ਉਹਨੇ ਮਾਤਾ ਕੌਲਾਂ ਨੂੰ ਮਾਰਨ ਦਾ ਫਤਵਾ ਦੇ ਦਿੱਤਾ। ਉਹ ਖੁਦ ਕਾਜੀ ਸੀ, ਤਾਂ ਉਸ ਦੀ ਜਾਨ ਬਚਾਉਣ ਲਈ ਸਾਈਂ ਜੀ ਨੇ ਮਾਤਾ ਕੌਲਾਂ ਨੂੰ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਭੇਜ ਦਿੱਤਾ। ਇਸ ਤਰ੍ਹਾਂ ਮਾਤਾ ਕੌਲਾਂ ਜੀ ਦੀ ਜਾਨ ਵੀ ਬਚ ਗਈ ਤੇ ਜੀਵਨ ਵੀ ਸਫਲਾ ਹੋ ਗਿਆ। ਗੁਰੂ ਪਿਆਰਿਓ, ਇਸ ਤਰ੍ਹਾਂ ਵੀ ਸਾਈਂ ਜੀ ਬੜੇ ਪਰਉਪਕਾਰੀ ਵੀ ਸੀ। ਜਹਾਂਗੀਰ ਨੇ ਜਦੋਂ ਬਿਨਾਂ ਵਜ੍ਹਾ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਲਿਆ ਤੇ ਕਈ ਮਹੀਨਿਆਂ ਦੇ ਬਾਅਦ ਵੀ ਰਿਹਾ ਨਾ ਕੀਤਾ, ਤਾਂ ਸਾਈਂ ਮੀਆਂ ਮੀਰ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਉਹਨਾਂ ਨੇ ਬੜਾ ਦੁੱਖ ਮਨਾਇਆ। ਆਪ ਚੱਲ ਕੇ ਲਾਹੌਰ ਤੋਂ ਆਗਰੇ ਪਹੁੰਚੇ ਤੇ ਜਹਾਂਗੀਰ ਨੂੰ ਜਾ ਕੇ ਮਿਲੇ। ਉਹਨੂੰ ਗੁਰੂ ਸਾਹਿਬ ਜੀ ਦੀ ਮਹਿਮਾ ਦੇ ਬਾਰੇ ਦੱਸਿਆ ਤੇ ਕਿਹਾ, ਇਹ ਨੂਰੇ ਖੁਦਾ ਨੇ ਤੈਨੂੰ ਦੁਨੀਆ ਦੇ ਅੰਨੇ ਨੂੰ ਕੀ ਪਤਾ ਕਿ ਜਦੋਂ ਮੈਂ ਖੁਦਾ ਦੀ ਦਰਗਾਹ ਦੇ ਵਿੱਚ ਜਾਂਦਾ ਹਾਂ, ਉੱਥੇ ਵੀ ਖੁਦਾ ਦੀ ਜਗ੍ਹਾ ਤੇ ਇਹਦੇ ਹੀ ਦੀਦਾਰ ਹੁੰਦੇ ਨੇ। ਗੁਰੂ ਪਿਆਰਿਓ, ਇਸੇ ਵੇਲੇ ਜਹਾਂਗੀਰ ਸਖਤ ਬਿਮਾਰ ਸੀ। ਬੇਗਮ ਨੂਰਜਹਾਂ ਨੇ ਕਿਹਾ, ਜਹਾਂਗੀਰ ਦੇ ਲਈ ਤੁਸੀਂ ਦੁਆ ਕਰੋ, ਕੋਈ ਰਹਿਮਤ ਵਰਤਾਓ ਕਿ ਜਹਾਂਗੀਰ ਠੀਕ ਹੋ ਜਾਣ। ਰੋਹ ਦੇ ਨਾਲ ਭਰੇ ਹੋਏ ਸਾਈਂ ਜੀ ਨੇ ਕਿਹਾ, ਖੁਦਾ ਨੂੰ ਕੈਦ ਕਰਕੇ ਰਹਿਮਤ ਕਿਵੇਂ ਮਿਲ ਜਾਊ? ਤੁਸੀਂ ਤਾਂ ਸ਼ੁਕਰ ਕਰੋ ਕਿ ਅਜੇ ਇੱਕ ਉਹਨਾਂ ਦੇ ਕਹਿਰ ਤੋਂ ਬਚੇ ਹੋਏ ਹੋ। ਇਹਨਾਂ ਦੇ ਇੱਕ ਸੈਨਿਕ ਨਾਲ ਪੂਰੀ ਕਾਇਨਾਤ ਗਰਕ ਜਾਵੇ। ਤੁਸੀਂ ਪਤਾ ਨਹੀਂ ਕਿਵੇਂ ਬਚੇ ਹੋਏ ਹੋ। ਪਾਤਸ਼ਾਹ ਦੀ ਰਿਹਾਈ ਲਈ ਜਹਾਂਗੀਰ ਦੇ ਕੋਲ ਰਹਿੰਦਿਆਂ ਹੋਇਆਂ ਸਾਈਂ ਜੀ ਨੇ ਪੂਰਾ ਯਤਨ ਕੀਤਾ ਤੇ ਜਦੋਂ ਤੱਕ ਸਤਿਗੁਰੂ ਮਹਾਰਾਜ ਰਿਹਾ ਨਹੀਂ ਹੋਏ, ਉਦੋਂ ਤੱਕ ਸਾਈਂ ਜੀ ਉੱਥੇ ਹੀ ਰਹੇ। ਸਤਿਗੁਰੂ ਮਹਾਰਾਜ ਜੀ ਦੀ ਰਿਹਾਈ ਤੋਂ ਬਾਅਦ ਹੀ ਸਾਈਂ ਜੀ ਲਾਹੌਰ ਵਾਪਸ ਆਏ ਸੀ। ਸਾਈਂ ਜੀ ਬੇਪਰਵਾਹ ਵੀ ਬੜੇ ਸੀ। ਲਿਖਿਆ ਮਿਲਦਾ ਹੈ ਕਿ ਇੱਕ ਵਾਰ ਸਾਈਂ ਮੀਆਂ ਮੀਰ ਜੀ ਨੂੰ ਬਾਦਸ਼ਾਹ ਜਹਾਂਗੀਰ ਨੇ ਦਿੱਲੀ ਬੁਲਾਇਆ। ਸਾਈਂ ਜੀ ਚਲੇ ਤਾਂ ਗਏ, ਪਰ ਕੁਝ ਦਿਨ ਬਾਅਦ ਜਦੋਂ ਵਾਪਸ ਤੁਰਨ ਲੱਗੇ ਤੇ ਬਾਦਸ਼ਾਹ ਨੇ ਵਿਦਾਇਗੀ ਦਿੰਦਿਆਂ ਹੋਇਆ ਕਿਹਾ, ਸਾਈਂ ਜੀ ਕੁਝ ਮੰਗ ਲਓ। ਤਾਂ ਸਾਈਂ ਜੀ ਬੋਲੇ, ਜੋ ਮੰਗੋਗੇ ਦੇ ਦਿਓਗੇ। ਜਹਾਂਗੀਰ ਨੇ ਕਿਹਾ, ਬਿਲਕੁਲ, ਬੇਸ਼ੱਕ, ਤੁਸੀਂ ਹੁਕਮ ਕਰੋ ਕੀ ਚਾਹੀਦਾ ਹੈ। ਸਾਈਂ ਜੀ ਨੇ ਕਿਹਾ, ਫਿਰ ਅੱਜ ਤੋਂ ਬਾਅਦ ਮੈਨੂੰ ਬੁਲਾਈ ਨਾ। ਜਹਾਂਗੀਰ ਇਹ ਸੁਣ ਕੇ ਸ਼ਰਮਿੰਦਾ ਹੋ ਗਿਆ। ਇਸ ਤੋਂ ਬਾਅਦ ਜਹਾਂਗੀਰ ਨੂੰ ਮਿਲਣ ਲਈ ਉਹਦੇ ਕੋਲ ਸਾਈਂ ਜੀ ਕਦੇ ਨਹੀਂ ਗਏ। ਜਦੋਂ ਲੋੜ ਹੁੰਦੀ ਸੀ, ਬਾਦਸ਼ਾਹ ਜਹਾਂਗੀਰ ਖੁਦ ਚੱਲ ਕੇ ਸਾਈਂ ਜੀ ਦੇ ਦਰ ਤੇ ਆਉਂਦਾ ਸੀ। ਕਿੰਨੇ ਬੇਪਰਵਾਹ ਫਕੀਰ ਸੀ ਉਹ। ਗੁਰੂ ਪਿਆਰਿਓ, ਇੱਕ ਥਾਂ ਤੇ ਹੋਰ ਲਿਖਿਆ ਮਿਲਦਾ ਹੈ ਕਿ ਜਹਾਂਗੀਰ ਨੇ ਕਿਧਰੇ ਚੜ੍ਹਾਈ ਕਰਨੀ ਸੀ ਤੇ ਉਹਨੇ ਸਾਈਂ ਜੀ ਦੇ ਦਰ ਤੇ ਆ ਕੇ ਦੁਆ ਕਰਨ ਦਾ ਫੈਸਲਾ ਕੀਤਾ ਕਿ ਮੇਰੀ ਜਿੱਤ ਹੋਵੇ। ਸਾਈਂ ਜੀ ਨੂੰ ਮਿਲਣ ਲਈ ਜਹਾਂਗੀਰ ਉਹਨਾਂ ਦੇ ਦਰ ਤੇ ਆਇਆ। ਉਹਦੇ ਆਉਣ ਦਾ ਸਾਈਂ ਜੀ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਤੇ ਸਾਈਂ ਜੀ ਨੇ ਆਪਣੇ ਦਰਵਾਜ਼ੇ ਤੇ ਇੱਕ ਪਹਿਰੇਦਾਰ ਨੂੰ ਖੜਾ ਕਰ ਦਿੱਤਾ ਤੇ ਨਾਲ ਹੀ ਉਹਨੂੰ ਹੁਕਮ ਕੀਤਾ ਕਿ ਚਾਹੇ ਕੋਈ ਵੀ ਆਵੇ, ਉਹਨੂੰ ਬਿਨਾਂ ਆਗਿਆ ਤੋਂ ਅੰਦਰ ਨਹੀਂ ਆਉਣ ਦੇਣਾ।
जहांगीर आया ते पहरेदार ने रोक लिया। पहरेदार ने अंदर ना जाण दिता। फिर आखिर साईं जी दी आग्ञा लैके जहांगीर अंदर गया। अंदर जांदियां जहांगीर ने तणज भरे लहजे विच पुछया, दरवेशां दे दर ते भी दरबान क्यों, पहरेदार क्यों रखिया है तुसी? साईं मियाँ मीर जी ने अगों जवाब दिता, पहरेदार तां लाए हैं कि दुनियावी लालच दे मारे होए कुत्ते अंदर ना आ सकण। यह सुन के जहांगीर बड़ा शर्मिंदा होया। यह सुन के उस दी हिम्मत ना पई कि जहांगीर साईं जी दे अगे कुछ बोल सके, उन्हां नूं कोई जवाब दे सके। इस तरह साईं जी भी बड़े बेपरवाह ते फकर सुभाਅ दे सी। मतलब साईं जी दा जीवन गुरु महाराज जी दे इन्हां बचनां नूं भी पूरा उतरदा सी। परवाह ना किसे की बात सच्चे ना एक सच्चे, खुदा तो बगैर किसे दी कान नहीं सी मंदे। पर रब्बी राह ते रस्ते ते तुरन वाले सारियां दा बड़ा आदर सत्कार सी उन्हां दे दिल विच। इस पासों साईं जी बड़े मिलनसार ते बड़े खुश दिल इंसान सन। धर्म ते जात दा उन्हां ने कदी भी फर्क नहीं कीता। हरेक मत दा विद्वान, साध संत, फकीर, जोगी उन्हां नूं अक्सर मिलदा रहिंदा सी ते जिस ਤੋਂ ਵੀ ਕੁਝ ਨਵਾਂ ਤੇ ਵਧੀਆ ਸਿੱਖਣ ਨੂੰ ਮਿਲਦਾ ਸਾਈਂ ਜੀ ਸਿੱਖ ਲੈਂਦੇ ਸੀ। ਸਾਈਂ ਜੀ ਯੋਗਾ ਅਭਿਆਸ ਦੇ ਵੀ ਬੜੇ ਮਾਹਿਰ ਸੀ। ਖਾਸ ਕਰਕੇ ਪ੍ਰਾਣਾਯਾਮ ਦਾ ਜ਼ਿਕਰ ਮਹਾਨ ਕੋਸ਼ ਵਿੱਚ ਵੀ ਕੀਤਾ ਹੈ। ਗੁਰੂ ਪਿਆਰਿਓ, ਆਖਿਰਲੇ ਸਮੇਂ ਦੇ ਵਿੱਚ ਸਾਈਂ ਜੀ ਤਕਰੀਬਨ 5 ਦਿਨ ਜ਼ਿਆਦਾ ਬਿਮਾਰ ਹੋ ਗਏ ਸਨ। ਵਜ਼ੀਰ ਖਾਂ ਜੋ ਖੁਦ ਚੰਗਾ ਹਕੀਮ ਸੀ, ਉਹਨੇ ਬੜੇ ਯਤਨ ਕੀਤੇ ਕਿ ਸਾਈਂ ਜੀ ਦਾ ਇਲਾਜ ਕਰਦਿਆਂ, ਪਰ ਸਾਈਂ ਹਕੀਮ ਦੇ ਵੱਲ ਵੇਖ ਕੇ ਸਾਈਂ ਜੀ ਨੇ ਕਿਹਾ, ਹੁਣ ਤੇਰੇ ਵੱਸ ਦੀ ਗੱਲ ਨਹੀਂ, ਹੁਣ ਤਾਂ ਵੱਡਾ ਹਕੀਮ ਹੀ ਠੀਕ ਕਰੂ, ਤੁਸੀਂ ਰਹਿਣ ਦਿਓ। ਉਸ ਤੋਂ ਬਾਅਦ 11 ਅਗਸਤ 1635 ਈਸਵੀ ਨੂੰ ਇਹ ਮਹਾਨ ਸੰਤ ਦਰਵੇਸ਼ ਖੁਦਾ ਪ੍ਰਸਤ ਸਾਈਂ ਮੀਆਂ ਮੀਰ ਜੀ 85 ਸਾਲ ਦੀ ਉਮਰ ਵਿੱਚ ਸਰੀਰਿਕ ਸਰੀਰ ਨੂੰ ਛੱਡ ਕੇ ਸੰਸਾਰ ਤੋਂ ਰੁਖਸਤ ਹੋ ਗਏ। ਲਾਹੌਰ ਦੇ ਨੇੜੇ ਹੀ ਹਾਸਿਮਪੁਰੇ ਵਿੱਚ ਸਾਈਂ ਜੀ ਦੇ ਸਰੀਰ ਨੂੰ ਦਫਨ ਕੀਤਾ ਗਿਆ। ਬੇਗਮ ਨੂਰ ਜਹਾਂ ਦੇ ਦਿਲ ਵਿੱਚ ਸਾਈਂ ਜੀ ਦੇ ਲਈ ਸਦਾ ਹੀ ਤੋਂ ਬੜਾ ਸਤਿਕਾਰ ਸੀ। ਨੂਰ ਜਹਾਂ ਨੇ ਸਾਈਂ ਜੀ ਦਾ ਸੋਹਣਾ ਮਕਬਰਾ ਬਣਵਾਇਆ। ਬਾਅਦ ਵਿੱਚ ਸਹਿਜ਼ਾਦਾ ਦਾਰਾ ਸਿਕੋ ਨੇ ਬੜਾ ਕੀਮਤੀ ਲਾਲ ਪੱਥਰ ਮਕਬਰੇ 'ਤੇ ਲਵਾਉਣ ਲਈ ਮੰਗਵਾਇਆ ਸੀ, ਪਰ ਇਹ ਕੰਮ ਤੋਂ ਪਹਿਲਾਂ ਹੀ ਔਰੰਗਜ਼ੇਬ ਨੇ ਦਾਰਾ ਸਿਕੋ ਦਾ ਕਤਲ ਕਰਵਾ ਦਿੱਤਾ ਤੇ ਜਿਹੜਾ ਲਾਲ ਪੱਥਰ ਮਕਬਰੇ 'ਤੇ ਲੱਗਣਾ ਸੀ ਉਹ ਚੁੱਕ ਕੇ ਸ਼ਾਹੀ ਮਸਜਿਦ 'ਤੇ ਲਵਾ ਦਿੱਤਾ। ਸਮਾਂ ਲੰਘਿਆ ਤਾਂ ਇਸ ਮਕਬਰੇ ਦੀ ਹਾਲਤ ਖਸਤਾ ਹੋ ਗਈ। ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆਇਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਖੁਦ ਜਾ ਕੇ ਮਕਬਰੇ ਨੂੰ ਵੇਖਿਆ ਤੇ ਉਸੇ ਵੇਲੇ ਉਹਨਾਂ ਨੇ ਵੇਖ ਕੇ ਫਕੀਰ ਨੂਰਦੀਨ ਦੀ ਡਿਊਟੀ ਲਗਾਈ ਕਿ ਤੁਸੀਂ ਮਕਬਰਾ ਸ਼ਾਨਦਾਰ ਬਣਵਾਓ, ਜੋ ਵੀ ਖਰਚਾ ਆਵੇਗਾ ਉਹ ਸ਼ਾਹੀ ਖਜ਼ਾਨੇ ਵਿੱਚੋਂ ਦਿੱਤਾ ਜਾਵੇਗਾ, ਪਰ ਇਸ ਮਹਾਨ ਦਰਵੇਸ਼ ਦੇ ਮਕਬਰੇ ਨੂੰ ਬਣਾਉਣ ਲਈ ਕੋਈ ਕਸਰ ਨਾ ਰਹਿ ਜਾਵੇ। ਫਿਰ ਬੜਾ ਸੁੰਦਰ ਮਕਬਰਾ ਤਿਆਰ ਕਰਵਾਇਆ ਗਿਆ। ਸੋ ਸਾਧ ਸੰਗਤ ਜੀ, ਹੋਈਆਂ ਭੁੱਲਾਂ ਚੁੱਕਾਂ ਦੀ क्षमा ਬਖਸ਼ਣੀ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ। ਆਪਣੇ ਇਸ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।